देख रहे हो जी ग्राउंड रिपोर्ट 27 ਤੇ ਮੈਂ ਪ੍ਰੀਤ ਸ਼ਰਮਾ। ਜੈ ਸ਼੍ਰੀ ਰਾਮ ਰੇਲਵੇ ਡਰਾਮਾਟਿਕ ਕਲੱਬ ਐਂਡ ਵੈਲਫੇਅਰ ਸੁਸਾਇਟੀ ਨਿਊ ਰੇਲਵੇ ਕਲੋਨੀ ਨੰਬਰ 3 ਜਲੰਧਰ ਵੱਲੋਂ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ की भी व्यवस्था की है। लीजिए महाराज लीजिए। चुप करके बैठ जाओ, प्रशासन मिलेगा, बैठो पीछे हो गए, पीछे तक खड़ा तोड़ देना उन्हें, पीछे कह रहे पहुंचूंगा, पीछे जाओ। मंत्री जी जल्दी करो, हमें ये लीजिए। भाई देख ले पीछे भी देखो कैमरा चला रहा जोरदार तालियां मारो साढ़े सहयोगी जोरा जी ਤੇ ਔਲਖ ਜੀ ਜਿਹੜੇ ਉਹਨਾਂ ਦੇ ਸਹਿਯੋਗੀ ਵੀ ਆ ਬਹੁਤ ਸਾਰਾ ਮਾਨ ਦੇ ਰਹੇ ਸਾਨੂੰ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ भारी संख्या में लोग पहुंचे हुए हैं इस रामलीला का आनंद माणने वास्ते। तस्वीरें जोरदार तालियां मारो गुम करने वास्ते बहुत मजा आया।
ਸਾਡੇ ਬਿਹਤਰੀਨ ਕਲਾਕਾਰ ਇਸ ਵੇਲੇ ਸਟੇਜ ਦੇ ਉੱਤੇ ਨੇ ਜਿਹੜੇ ਕਿ ਬਹੁਤ ਹੀ ਵਧੀਆ ਰੋਲ ਕਰ ਰਹੇ ਨੇ ਸਾਰੇ ਦੇ ਸਾਰੇ ਰਾਵਣ ਮੇਘਨਾਥ ਕੁੰਭਕਰਨ ਰਾਮ ਲਕਸ਼ਮਣ ਹਨੂਮਾਨ ਸੁਗਰੀਵ ਔਰ ਉਹਨਾਂ ਦੇ ਨਾਲ ਜਿੰਨੇ ਵੀ ਸਹਿਯੋਗੀ ਆਏ ਹੋਏ ਨੇ ਗੁਰਮੀਤ ਜੀ ਕਿਰਪਾ ਕਰਕੇ ਆ ਜਾਓ ਸਟੇਜ ਤੇ। ਤੁਸੀਂ ਦੇਖ ਰਹੇ ਹੋ ਜੀ ਗਰਾਊਂਡ ਫਲੋਰ 27 ਦੇਖ ਰਹੇ ਹੋ ਰਾਮਲੀਲਾ ਦੇ ਵਿੱਚ ਇਸ ਵੇਲੇ ਜਿਹੜਾ ਕੁੰਭਕਰਨ ਨੇ ਆਪਣਾ ਜਿਹੜੇ ਕਲਾ ਦੇ ਜੋਹਰ ਦਿਖਾਏ ਨੇ। ਤੇ ਪਬਲਿਕ ਦੇਖੋ ਇਸ ਵੇਲੇ ਪਬਲਿਕ ਦਾ ਜਿਹੜਾ ਇਕੱਠ ਦੇਖੋ ਲੋਕਾਂ ਦਾ ਇਸ ਵੇਲੇ ਇਹ ਰਾਮਲੀਲਾ ਦੇਖਣ ਵਾਸਤੇ ਭਾਰੀ ਸੰਖਿਆ ਵਿੱਚ ਇੱਥੇ ਜਿਹੜੇ ਲੋਕ ਆਏ ਹੋਏ ਨੇ। ਔਰ ਲਓ ਜੀ ਸਾਡੇ ਵਿੱਚ ਗੁਰਮੀਤ ਭਾਜੀ ਪਹੁੰਚੇ ਨੇ ਕਿ ਭਾਜੀ ਇਹ ਸਾਡੇ ਕਲਾਕਾਰਾਂ ਦੁਆਰਾ ਇਹਨਾਂ ਨੂੰ ਸਨਮਾਨਿਤ ਸਾਡੇ ਕਮੇਟੀ ਦੇ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਰਾਮਲੀਲਾ ਬਾਰੇ ਕੁਝ ਕਹਿਣਾ ਚਾਹੋਗੇ ਭੈਣ ਜੀ? ਰਾਮਲੀਲਾ ਦੇਖਣ ਆਏ ਕੁਝ ਕਹਿਣਾ ਚਾਹੋਗੇ? ਹਾਂਜੀ ਰਾਮਲੀਲਾ ਬਹੁਤ ਵਧੀਆ ਲੱਗ ਰਹੀ ਹੈ ਸਾਨੂੰ। ਹਾਂਜੀ ਇੰਨੀ ਰੌਣਕ ਦੇਖ ਕੇ ਬਹੁਤ ਵਧੀਆ ਮਨ ਖੁਸ਼ ਹੁੰਦਾ। ਕਿਹੜਾ ਸੀਨ ਤੁਹਾਨੂੰ ਜ਼ਿਆਦਾ ਅੱਛਾ ਲੱਗਾ ਭੈਣ ਜੀ? ਜੀ ਨੂੰ ਵੀ ਸਾਨੂੰ ਤਕਰੀਬਨ ਤਾਂ ਸਾਰੇ ਹੀ ਆ ਤੇ ਉਹ ਤੋਂ ਜ਼ਿਆਦਾ ਤਾਂ ਆਹੀ ਲੱਗਾ ਜਿਹੜਾ ਰਾਮਲੀਲਾ ਦੇਖ ਕੇ ਹੁਣ ਚੱਲ ਕੇ ਹਟਿਆ। ਠੀਕ ਗੁਰਮੀਤ ਜੀ ਨੇ ਬਹੁਤ ਸਾਨੂੰ ਬੇਟਾ ਕੁਝ ਕਹਿਣਾ ਚਾਹੋਗੇ? ਔਰ ਉਸ ਦਿਨ ਬਾਲੀ ਸਾਹਿਬ ਵੀ ਆਏ ਸੀ ਤੇ ਇਹ ਦਿੱਲੀ ਗਏ ਹੋਏ ਸੀ। ਦੇਖ ਰਹੇ ਹੋ ਜੀ ਤਸਵੀਰਾਂ ਤੁਸੀਂ ਕਿ ਗੁਲਸ਼ਨ ਭਾਜੀ ਪਲੀਜ਼ ਕਿਰਪਾ ਕਰਕੇ ਸਟੇਜ ਤੇ ਆ ਜਾਓ 2 ਮਿੰਟ ਲਈ ਆ ਜਾਓ। ਦਸ ਭਾਜੀ ਸੰਖਿਆ ਵਿੱਚ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ। ਪਲੀਜ਼ ਆ ਜਾਓ ਭਾਜੀ ਜ਼ੋਰਦਾਰ ਤਾਲੀਆਂ ਮਾਰੋ ਜੀ। ਸਾਡੇ ਪੁਰਾਣੇ ਡਾਇਰੈਕਟਰ ਤੇ ਸ਼੍ਰੀ ਰਾਮ ਜੀ ਦਾ ਰੋਲ ਅਦਾ ਕਰਨ ਵਾਲੇ ਗੁਲਸ਼ਨ ਭਾਜੀ ਸਟੇਜ ਤੇ ਆ ਰਹੇ ਨੇ। ਜ਼ੋਰਦਾਰ ਤਾਲੀਆਂ ਇਹਨਾਂ ਦੇ ਲਈ। ਇਹ ਸਾਰਿਆਂ ਨੂੰ ਇਹਨਾਂ ਨੇ ਸਿਖਾਇਆ ਪਹਿਲਾਂ। ਜ਼ੋਰਦਾਰ ਤਾਲੀਆਂ ਮਾਰੋ ਗੁਲਸ਼ਨ ਭਾਜੀ ਲਈ। ਜ਼ੋਰਦਾਰ ਮਾਰੋ ਤਾਲੀਆਂ। ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਰਾਹੁਲ ਵੀ ਛੋਟਾ ਜਿਹਾ ਹੁੰਦਾ ਸੀ ਉਦੋਂ ਬਤੌਰ ਰਾਮ ਦਾ ਰੋਲ ਗੁਲਸ਼ਨ ਭਾਜੀ ਕਰਦੇ ਸੀ। ਜ਼ੋਰਦਾਰ ਤਾਲੀਆਂ ਮਾਰੋ। ਇਹ ਡਾਇਰੈਕਟਰ ਵੀ ਰਹੇ ਨੇ ਇਸ ਫਿਲਮ ਦੇ। ਅੱਜ ਸਾਡੇ ਵਿੱਚ ਪਹੁੰਚੇ ਨੇ ਹਰਿਆਣੇ ਦੇ ਵਿੱਚ ਆਪਣੀ ਡਿਊਟੀ ਨੂੰ ਆਫ ਕਰਕੇ ਇੱਥੇ ਪਹੁੰਚ ਗਏ ਨੇ ਟਾਈਮ ਸਿਰ। ਹਰ ਸਾਲ ਲక్ష్మణ ਮੋਰਚਾ ਤੋਂ ਪਹਿਲਾਂ ਇੱਥੇ ਪਹੁੰਚਦੇ ਨੇ। ਲੋ ਜੀ ਗੁਲਸ਼ਨ ਭਾਜੀ। बोल सियावती रामचंद्र महाराज की, लक्ष्मण जति की, सीता माता की। मैनू बड़ी खुशी होती है हर साल आके कि ये स्टेज जिहड़ी कि 40 साल पहला असं शुरू की सी वो बच्चे अजे भी चला रहे हैं और बहुत ही बेखूबी नाल अपने जिहड़े रोल है बड़े ही अच्छे तरीके नाल कर रहे हैं। जदों असीं रामलीला शुरू की सी ਮੈਨੂੰ ਯਾਦ ਹੈ ਕਿ ਸਾਡੇ ਕੋਲ ਸਿਰਫ 600 ਰੁਪਇਆ ਸੀਗਾ। 600 ਸਾਡੇ ਨਾਲ ਪ੍ਰੈਜ਼ੀਡੈਂਟ ਹੈ ਜੀ ਰਾਮਲੀਲਾ ਕਮੇਟੀ ਦੇ ਜਿਹੜਾ ਦੁਸ਼ਹਿਰਾ ਉਤਸਵ ਵੀ ਨਾਲ ਮਨਾਇਆ ਜਾਂਦਾ ਰਾਹੁਲ ਵਰਮਾ। ਵਰਮਾ ਕੀ ਕਹਿਣਾ ਚਾਹੋਗੇ ਰਾਮਲੀਲਾ ਬਾਰੇ? ਕੁਛ ਨਹੀਂ ਕਹਿੰਦੇ ਜੀ ਆਪਾਂ ਜਿੱਦਾਂ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਪਹਿਲਾਂ ਜਿੱਦਾਂ ਆਪਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਰਾਮਲੀਲਾ ਵਧੀਆ ਤਰੀਕੇ ਨਾਲ ਕਰਾਈ ਆ। ਮਤਲਬ ਆਪਣੇ ਜਿਹੜੇ ਜਿੰਨੇ ਵੀ ਵਲੰਟੀਅਰ ਆ ਅਸੀਂ ਆਪਣੇ ਵੀ ਮੁੰਡੇ ਲਾਏ ਆ। ਤੁਸੀਂ ਦੇਖ ਸਕਦੇ ਹੋ ਕਿ ਰਸ਼ ਕਿੰਨਾ ਵਾ। ਹਰ ਸਾਲ ਦੀ ਤਰ੍ਹਾਂ ਸਾਡੀ ਜਿਹੜੀ ਟੀਮ ਆ ਬਹੁਤ ਸਟਰੋਂਗ ਆ। ਮੇਰੇ ਮਿੰਟੂ ਭਾਜੀ, ਦਰਸ਼ਕਮਾ ਜੀ, ਮੇਰੇ ਪਾਪਾ ਚੇਅਰਮੈਨ ਰੋਹਿਤ ਵਰਮਾ, ਸੋਨੂ ਸੋਨੀ, ਸਾਰੇ ਹੀ ਬੋਈ ਭਾਈ ਡਾਇਰੈਕਟਰ, ਸਾਰੇ ਆਪਾਂ ਦਿਲੋਂ ਜਿੱਦਾਂ ਮਤਲਬ ਕਿ ਆਪਾਂ ਮਹੀਨਾ ਪਹਿਲਾਂ ਆਪਾਂ ਜਿਹੜੀ ਮਿਹਨਤ ਕੀਤੀ ਆ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ। ਕੱਲ ਰਾਵਣ ਜਿਹੜਾ ਦਹਨ ਆ ਉਹ ਬਸ ਹੋ ਕੇ ਤੇ ਉਸ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਕਿਰਪਾ ਸਾਰੇ ਬੱਚਿਆਂ ਦੇ ਸਾਡੀ ਸਾਡੀ ਕਮੇਟੀ ਆ ਤੇ ਸਾਰਿਆਂ ਨੂੰ ਵਧੀਆ ਸੰਯੋਗ ਵਧੀਆ ਬੈਨੀਫਿਟ ਮਿਲਿਆ। ਸਾਰਾ ਸੰਯੋਗ ਸਾਨੂੰ ਵਧੀਆ ਮਿਲਿਆ ਵਾ। ਸਾਡੇ ਜਿਹੜੇ 9 ਦਿਨ ਆ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਗਏ। ਕਲਾਕਾਰ ਹੈ ਲੇਕਿਨ ਹੈ ਬਹੁਤ ਤਕੜਾ ਦੁਸ਼ਹਿਰਾ ਪਰਬ ਤੁਸੀਂ ਮਨਾ ਰਹੇ ਹੋ। ਕਿੰਨੇ ਸਾਲਾਂ ਤੋਂ ਦੁਸ਼ਹਿਰਾ ਮਨਾ ਰਹੇ ਹੋ? ਦੁਸ਼ਹਿਰਾ ਕਿੰਨੇ ਸਾਲਾਂ ਤੋਂ ਮਨਾ ਰਹੇ ਹੋ? ਦੁਸ਼ਹਿਰਾ ਜਿੰਨੇ ਜਦੋਂ ਬਹੁਤ ਦੁਸ਼ਹਿਰਾ ਆਪਾਂ ਜਦੋਂ ਜੀ ਜਿੱਦਾਂ ਮਤਲਬ ਸਾਨੂੰ ਲਗਾਤਾਰ 8 ਸਾਲ ਹੋ ਗਏ ਆ ਮੈਨੂੰ ਕਰਾਉਂਦੇ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ। ਪਹਿਲਾਂ ਹੋਰ ਕੋਈ ਸੀਗੇ ਬੰਦੇ, ਮੈਨੂੰ 8 ਸਾਲ ਹੋ ਗਏ ਆ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ। ਮੈਂ 8 ਸਾਲ ਤੋਂ ਹੀ ਰਾਮਲੀਲਾ ਕਰਾ ਰਿਹਾ। ਮੈਂ ਕੀ ਕਰਾਉਣ ਵਾਲਾ ਹੁੰਨਾ, ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਰਹੀ ਆ ਰਾਮਲੀਲਾ ਤੇ ਦੁਸ਼ਹਿਰਾ ਔਰ ਵਧੀਆ ਢੰਗ ਨਾਲ ਹੋ ਰਹੀ ਆ। ਅੱਗੇ ਨਾਲੋਂ ਪ੍ਰਭੂ ਸ਼੍ਰੀ ਰਾਮ ਜੀ ਦਾ ਸਾਰਾ ਕੁਝ ਵਧੀਆ ਹੋ ਰਿਹਾ। ਅੰਗਦ ਦਾ ਪੈਰ ਜਮਾਨਾ
औरंगजेब ਸਰ ਹੁਣ ਕੱਲ ਤੁਹਾਡਾ ਦੁਸ਼ਹਿਰਾ ਪਰਵ ਹੈ ਕੋਈ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕੋਈ ਜਾਂ ਕੋਈ ਆਹਵਾਨ ਕਰਨਾ ਚਾਹੋਗੇ ਨਿਮੰਤਰਣ ਪੱਤਰ ਦੇਣਾ ਚਾਹੋਗੇ ਮੈਸੇਜ ਮੈਂ ਇਹੀ ਦੇਣਾ ਚਾਹੂੰਗਾ ਜੀ ਅੱਜ ਦੇ ਟਾਈਮ ਜਿਹਦਾ ਮਾੜਾ ਟਾਈਮ ਚੱਲ ਰਿਹਾ ਵਾ ਜਿਹਦਾ ਰਾਵਣ ਜੀ ਉਹਨਾਂ ਨੇ ਸੀਤਾ ਮਾਤਾ ਨੂੰ ਕਦੀ ਹੱਥ ਨਹੀਂ ਲਾਇਆ ਸੀਗਾ ਜਿਹੜਾ ਅੱਜ ਦੀ ਜਿਹੜਾ ਦੌਰ ਚੱਲ ਰਿਹਾ ਉਹ ਗਲਤ ਚੱਲ ਰਿਹਾ ਬਸ ਇਹੀ ਆ ਚਾਹੇ ਉਹ ਰਾਖਸ਼ ਸੀਗਾ ਪਰ ਉਹਨੇ ਕਦੀ ਵੀ ਸੀਤਾ ਮਾਤਾ ਨੂੰ ਹੱਥ ਨਹੀਂ ਲਾਇਆ ਸੀਗਾ ਠੀਕ ਆ ਬਸ ਇਹੀ ਮੈਂ ਕਹਿਣਾ ਚਾਹੁੰਦਾ ਵਾ ਸਾਰੇ ਅੱਗੇ ਕਿ ਸਾਰਿਆਂ ਦਾ ਦਿਨ ਤਿਉਹਾਰ ਵਧੀਆ ਨਿਕਲੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਸਾਰਿਆਂ ਦਾ ਮਿਹਰ ਮਰਿਆ ਹੱਥ ਰੱਖੇ ਜੈ ਸ਼੍ਰੀ ਰਾਮ ਇਹ ਸੀਗਾ ਜੀ ਰਾਹੁਲ ਵਰਮਾ ਜਿਹੜੇ ਪ੍ਰੈਜ਼ੀਡੈਂਟ ਲਓ ਜੀ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਡੇ ਬਹੁਤ ਹੀ ਵਧੀਆ ਮਾਨਯੋਗ ਸਾਡੇ ਚ ਗਰਾਊਂਡ 27 ਚ ਪ੍ਰਵੀਨ ਸ਼ਰਮਾ ਜੀ ਪਹੁੰਚੇ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਭਾਰੀ ਜਿਹੜਾ ਇਕੱਠ ਜਿਹੜਾ ਦੇਖ ਸਕਦੇ ਬਹੁਤ ਸਾਰਾ ਸਹਿਯੋਗ ਕਰਦੇ ਨੇ ਸਾਡੀ ਜਿਹੜੀ ਰਾਮਲੀਲਾ ਨੂੰ ਲਾਈਵ ਜਿਹੜੀਆਂ ਆਈਆਂ ਹੋਈਆਂ ਨੇ ਭੈਣਾਂ ਆਈਆਂ ਹੋਈਆਂ ਨੇ ਔਰ ਤੇ ਬਹੁਤ ਸਹਿਯੋਗ ਕਰਦੇ ਲੋ ਜੀ ਰਾਵਣ ਦਾ ਦਰਬਾਰ ਲੱਗ ਰਿਹਾ ਹੁਣ ਸੀਨ ਜਿਹੜਾ ਆ ਰਿਹਾ ਅਗਲਾ ਰਾਵਣ ਨੰਗਲ ਸਰਦਾਰ ਬਹੁਤ ਹੀ ਜ਼ਬਰਦਸਤ ਸੀਨ ਦੇਖ ਹੈ ਸਕਦੇ ਹੋ ਕਿ ਜ਼ੋਰਦਾਰ ਤਾੜੀਆਂ ਮਾਰੋ ਭਾਰੀ ਸੰਖਿਆ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਸਾਡੀ ਮੰਨੀ ਜੋਨੀ ਜੀ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ 1100 ਰੁਪਇਆ ਸਾਡੀ ਕਮੇਟੀ ਨੂੰ ਦੇ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਲਓ ਜੀ ਸੀਨ ਤਿਆਰ ਜ਼ੋਰਦਾਰ ਤਾੜੀਆਂ ਮਾਰੋ ਤੇ ਪਰਦਾ ਚੱਕ ਦਿਓ ਹੈਲੋ हेलो हेलो तो सीन ਜਿਹੜਾ ਅਗਲਾ ਤਿਆਰ ਹੈ ਰਾਵਣ ਦਰਬਾਰ ਔਰ ਸੀਨ ਦੀ ਤਿਆਰੀ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਔਰ ਦਰਬਾਰ ਰਾਵਣ ਦਾ ਜਿਹੜਾ ਸੱਜ ਚੁੱਕਾ ਹੈਗਾ ਔਰ ਦੇਖ ਸਕਦੇ ਹੋ ਕਿ ਜਿਹੜਾ ਰਾਮਲੀਲਾ ਅਸੀਂ ਡਿਫਰੈਂਟ ਜਿਹੜੇ ਅਸੀਂ ਵੈਨਿਊ ਕਵਰ ਕਰਦੇ ਹਾਂ ਜਲੰਧਰ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਧਰਮ ਦੇ ਪ੍ਰਤੀ ਆਪਣੇ ਜਿਹੜੀ ਹੈ ਕਲਚਰ ਦੇ ਪ੍ਰਤੀ ਆਪਣੀ ਸੰਸਕ੍ਰਿਤੀ ਦੇ ਪ੍ਰਤੀ ਕਾਫੀ ਜ਼ਿਆਦਾ ਜਿਹੜਾ ਇਸ ਵੇਲੇ ਦੇਖ ਸਕਦੇ ਉਤਸ਼ਾਹ ਹੈਗਾ ਔਰ ਕ੍ਰੇਜ਼ ਹੈਗਾ ਉਤਸੁਕਤਾ ਹੈਗੀ ਹੈ ਕਿ ਆਪਣੇ ਬੱਚਿਆਂ ਨੂੰ ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ ਉਹਨਾਂ ਦੇ ਵਿੱਚ ਇਸ ਚੀਜ਼ ਦਾ ਉਤਸ਼ਾਹ ਹੈਗਾ ਕਿ ਆਪਣੇ ਜਿਹੜੇ ਹੈ ਪੂਰਵਜਾਂ ਬਾਰੇ ਸਾਡੇ ਜਿਹੜੇ ਧਾਰਮਿਕ ਗ੍ਰੰਥਾਂ ਬਾਰੇ ਸਾਡੇ ਧਰਮ ਦੇ ਬਾਰੇ ਸੰਸਕ੍ਰਿਤੀ ਬਾਰੇ ਜਿਹੜਾ ਉਹਦਾ ਜਾਣੂ ਹੋਈਏ ਸੋ ਇਸੋਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਕਿਸ ਤਰ੍ਹਾਂ ਭਾਰੀ ਸੰਖਿਆ ਵਿੱਚ ਜਿਹੜੇ ਯੁਵਾ ਵੀ ਪਹੁੰਚੇ ਹੋਏ ਨੇ तो रावण दरबार आ गया तो देखो रावण दरबार का जरा सीन है। आज ये सभा, आज की ये सभा मैंने इसलिए बुलाई है क्योंकि जैसा कि तुम सब जानते ही हो कि हमारा शत्रु समुद्र पार करके लंका की ओर चढ़ाई करने के लिए तैयार बैठा है। हमें उसका सामना करने के लिए विचार विमर्श और जो रणनीति तैयार करनी है उसके लिए सभा बुलाई गई है। अपने अपने विचार पेश किए जाएं। प्रातः कुंभकर्ण मंत्री जी, आप देखिए कि प्रातः कुंभकर्ण अभी तक क्यों नहीं हुए? जी महाराज, महाराज कुंभकर्ण पधार रहे हैं। प्रणाम आयुष्मान भव। कहिए
आज्ञा है। आज्ञा हम देंगे, पहले आसन ग्रहण करो। जो आज्ञा भ्राता श्री। महाराज, किष्किंधा की ओर से दूत आया है जो अपना नाम अंगद बताता है। जाओ और उसे आदर सहित दरबार में उपस्थित करो। जो आज्ञा महाराज। जय श्री राम, जय श्री राम, जय श्री राम। कहो, क्या किष्किंधा की ओर से तुम ही आए हो और यहाँ किसके कहने से और क्यों आए हो? आने का यदि कोई आपत्ति ना हो तो प्रयोजन बताओ। मुझे प्रभु श्री राम ने आपके पास इसलिए भेजा है कि आप अपने इस रथ प्रवाह से पा जाए और व्यक्ति इस सृष्टि का लहू न बहाए, अन्यथा होने वाली लड़ाई का आपको संताप होगा और लाखों निरपराधों का आपके सिर पर पाप होगा। अंगद, ये तुम किस तरह की वार्ता कर रहे हो? हमें इस बात की हैरानी है कि तुमने नीच कार्य करने की क्या ठानी है? आप मुझे नीच अथवा पतित कुछ भी कहें, मैंने आपकी बातों का भला कब बुरा माना है, बल्कि आपको समझाना मैं अपना कर्तव्य जानता हूँ, क्योंकि आपके और मेरे पिताजी के ना केवल गहरे संबंध रह चुके हैं, बल्कि आप हमारे यहाँ कुछ काल तक बेतौर मेहमान भी रह चुके हैं। इसी अगाध प्रेम के कारण मुझे आपसे इतनी हमदर्दी है, अन्यथा आने वाली कठिनाइयों की सूचना हनुमान जी के द्वारा आपको पहले ही सूचित कर दी गई थी। हमारे पास इतना अवकाश नहीं कि हम तुम्हारी फालतू की बकवास सुने। तुम यहाँ आने का जो अभिप्राय है शीघ्र अतिशीघ्र बयान करो। मुझे प्रभु श्री राम ने आपके पास इसलिए भेजा है कि आप अपने रथ प्रवाह से पा जाए और व्यक्ति इस सृष्टि का लहू न बहाए, अन्यथा होने वाली लड़ाई का आपको संताप होगा और लाखों निरपराधों का आपके सिर पर पाप होगा। बस राम, सवार अपनी जुबान का था। ये क्या बक लगाई है? क्या किसी बेअकल ने तुझे अकल नहीं सिखाई? अरे ओ निर्लज, तेरे जैसों का जिंदों में शुमार है जो अपने पिता के कत्लों का बदला देना तो जरूर उनका हिमायती बना बैठा है। अगर तेरे जैसा पुत्र मेरे कुल में पैदा हुआ होता तो उसे कब का मौत के घाट उतार देता। डूब बनना डूब बना वो भी मरना लायक। वास्तव में ये तेरा कसूर नहीं, बल्कि ईश्वर को ही तेरा ये कुल इस सृष्टि में मंजूर नहीं। होली के गाय चक्र ने तेरी बुद्धि पर ऐसा पर्दा डाला है कि तेरे भीतर से ही सोच विचार का हर्ष निकाल डाला है। शोक की मेरा याद पैदा हुआ, तू क्यों अपनी मौत का इरादा हुआ? तेरी बातों से ही तेरा ख्याल पैदा हुआ। क्या विभीषण तेरे ही कुल
गई हालत है हजरत आपकी। बहुत खूब, जुर्म की जब इंतहाई होने लगी, आपसे तुम और तुमसे तू होने लगी। अरे मूर्ख, नई शक्ति थी तुझमें तो मेरे पास हुआ जाता। तेरे बाप की मौत का बदला मैं उसी क्षण लेकर दिखलाता। पीछे से फिक्र करना, मुझे बदला दिलाने की कर ले पहले तजवीज कोई, तू अपनी जान बचाने की। अरे हट, परे हट, तू हो जा, क्यों मुफ्त में कान खाए हैं। तेरे जैसे बच्चे तो मैंने आज तक पढ़ाए हैं, और नहीं कभी तूने जब कहा तू अपने आपे में। अब तो अकल मारी गई आकर तेरी बुढ़ापे में। जुबान को रोक जाए, ये क्या बक बक लगाई है? क्या किसी बेअकल ने तुझे अकल भी सिखाई है? अकल होती तो क्या था, अकल का ही तो रोना है बदौलत इस शक्ल के का होना है। अरे मूर्ख वाला, अपनी जुबान को थाम। अरे छोकरे, क्या तुझे किसी ने बुद्धि भी सिखाई या सारी उम्र पशुओं में ही रहकर गवाई? ओहो, कौन पढ़ाए, कौन लिखाए? पिता का साया सर से जाता रहा और बेटा चाचा की गुलामी करने में लगा है। और वह चाचा इससे अपनी गुलामी करवाता रहा। चाचा भी कौन? सुग्रीव, जिसने अपने छोटे भाई का रक्त पिया। और तेरी शिक्षा का बोझ क्यों उठाएगा वो? हाँ, उसे तेरे जैसे नालायक का साथ अवश्य मिल गया। खैर, मैं तो बदतमीज ही सही, परंतु अक्ल तो आपकी भी ठिकाने न रही, जो गंभीर और उचित उत्तर देने की बजाय दूसरों के घर के झगड़े छेड़ रहे हैं। मेरे पिताजी ने जैसा किया वैसा फल पाया। भला चाचा की गुलामी में मेरा कौन सा मान है? औरों के घर के झगड़े, तुझे पराई क्या पड़ी? पहले अपनी तो नब्बे तू। रावण, मैं प्रभु श्री राम की सेना का एक निर्भय सा इंसान हूँ और तेरी नजरों में मैं बिल्कुल ही नादान हूँ। परंतु आज तेरा ये वहम दूर करने के लिए मैं अपनी शक्ति का एक छोटा सा चमत्कार दिखाऊंगा और अपना ये पाँव इस धरती पर जमाऊंगा। यदि तेरे किसी शूरवीर ने मेरा ये पाँव खा दिया तो तेरी जीत और हमारी हार है। अन्यथा सीता माता को प्रभु श्री राम के पास बता देना। हमें देखना, बाद में पछताना नहीं। देर करना बेकार है। बाली का मैं पुत्र हूँ, अवगत मेरा नाम, जिसने मेरा ये पाँव उठा दिया, जीत के नाम, जय श्री राम। बेटा,
निकुंभ, जाओ और इसके पांव को उठाकर इस लंका नगरी से बाहर फेंक दो। पिताश्री जय शंकर। अपनी वीरता का जौहर मैं आपको दिखाता हूँ। आपके एक इशारे पर इसके पांव के टुकड़े बनाता हूँ। तुच्छ वानर, इतनी ताकत भी है कुदरत ने इस बाजू में। धरती आसमान तोल के रख दूं एक ही तराजू में। जय श्री राम। देखा तुम जाओ। महाराज आप चिंता न कीजिए। चलो युद्ध में देखेंगे। जय श्री राम। महाराज इसे तो युद्ध भूमि में देखेंगे। भाई कुंभकर्ण, जाओ और इसके पांव को उठाकर जमीन से बाहर फेंक दो। जो आज्ञा भ्राताश्री। मैं अपनी वीरता के जौहर आपको अभी दिखलाता हूँ। ए वानर, नजर मेरी तरफ रखना। पैर को यूं उठाता हूँ। उठाया जब कदम मैंने, कदम इसका उठाने को ना मिल पाएगी जगह इसको कहीं मुंह से पाने को। मेरी जुम्बिश में जुम्बिश आ जाएगी कुल जमाने में। समझना, अब मैं आता हूँ बल दिखाने को। जय लंकेश। भ्राताश्री, ये मुझे मायावी लगता है। इसे युद्ध में देखेंगे। पुत्र मेघनाथ, जाओ और इसे उतनी भूमि समेत उठाकर लंका से बाहर फेंक दो। जो आज्ञा पिताश्री। चलूंगा जिस जमीन पे वो जाएगा। धरती को एक तरफ पूरा बर्बाद ही नाम जाएगा। मुजस्सम मालूम है तू क्या मेरा नाम लगाएगा। जो मुझसे नजर बनाएगा वो खत्म हो जाएगा।
तो सब में से कोई उसके पांव को हिला भी नहीं सका। डूब पड़ो नालायको, डूब पड़ो। खड़ा है सामने अंगद, तू बचा है कोई शूरवीर, उसे भी बुला ले तू। अभी भी वक्त है अपने जटिल लड़का को बचा ले तू। अभी भी वक्त है, यदि ये वक्त चूकेगा तू आएगी, जमाना ऊपर चूकेगा। और तो तुम्हारा अगर इन सबसे तरफ पाँव नहीं हिला तो तू अपने आप को बहुत बड़ा माल का समझ रहा है। सामने खड़ा है, अपने पाँव को यही जमाते रख। मैं आता हूँ और तुझे दिखाता हूँ अपनी ताकत। वह है क्यों दीवाना, होश में तू वारावन। मेरे इन राहत कदमों को तू हाथ न लगा रावण। यदि करता है तू अपने गुनाहों का पश्चाताप, तो प्रभु श्री राम के चरणों में अपना शीश झुका रावण। मैं इतना वादा जरूर करता हूँ, वह तेरे सारे गुनाहों को अवश्य माफ कर देंगे। मान जाए तो अच्छा, वरना तेरी मर्जी। मैं तो अब चला अपना बस रावण। इससे पहले कि हम अपने आप खो पाए तो यहाँ से चला जा रावण। यदि तुझे अपनी चंद्रहास पर इतना ही गुमान है तो हमारी ओर से भी युद्ध का ऐलान है। जय श्री राम, जय श्री राम, जय श्री राम। युद्ध का ऐलान, युद्ध का ऐलान। पहले एक छोटा सा बाण हराया और पूरी लंका को तहस नहस कर चला गया। और आज एक बाण बड़ी सभा के अंदर रावण की नाक काट कर चला गया। तुम सब अपने गर्दन नीचे झुकाकर बैठे रहे। खैर, जो होना था हुआ। अब युद्ध का ऐलान हो चुका है। जो हमारे साथ है वो यहाँ रहे, अन्यथा उसी बनवासी के पास चला जाए, हम स्वयं देख लेंगे। महाराज, हम तुम्हारे साथ हैं। हम आपके साथ हैं। देखना, अगर तुम में से किसी ने भी युद्ध भूमि में पीड़ दिखाई तो मौत कितनी भयानक होगी तुम उस मंजर को सोच भी नहीं सकते। युद्ध का ऐलान हो गया है। जाओ और युद्ध के लिए अस्त्र शस्त्र की तैयारी करो। कल सुप्रभात होते ही हम युद्ध भूमि में प्रवेश करेंगे और कल के दिन युद्ध भूमि में काया पलटकर विजय प्रताप के साथ वापस आएंगे। नहीं पिताश्री, आपको मेरे होते हुए युद्ध भूमि में जाने की कोई आवश्यकता नहीं। बाकी आप समझते क्यों नहीं? पुत्र, ये युद्ध भूमि है। ये युद्ध भूमि में हम जाएंगे और कल के कल युद्ध को समाप्त करके वापस आएंगे। पिताश्री, क्या आपको अपने पुत्र मेघनाथ पर इतना भी विश्वास नहीं? नहीं पुत्र, बात ये नहीं है। हमें तुम पर पूर्ण विश्वास है। अगर तुम जाना चाहते हो तो जाओ, हमारी ओर से तुम्हें पूरी आजादी है। जाओ और युद्ध प्रताप
रोशनी की तुम्हें वापिस आओ। जो आज्ञा पिताश्री। जय लक्के। आज के सभा हम यही पर ठोस करते हैं, चाहिए और युद्ध की तैयारी कीजिए। ਇਹਨਾਂ ਸ਼ਬਦਾਂ ਨਾਲ ਲੈਣੇ ਤੁਹਾਡੇ ਕੋਲ ਆਦਤ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਜਲਦੀ ਰੂਬਰੂ ਹੋਵਾਂਗੇ। ਬਣੇ ਰਹੋ ਗਰਾਊਂਡ ਫਲੋਰ 27 ਨਾਲ। ਜਿਹੜੇ ਦਰਸ਼ਕ ਸਾਡੇ ਨਾਲ ਲਾਈਵ ਜੁੜੇ ਹੋਏ ਦਿਲ ਦੀ ਗਹਿਰਾਈਆਂ ਧੰਨਵਾਦ ਜੀ। ਸੋ ਸਾਡੇ ਬਹੁਤ ਜੇ ਸਾਡੇ ਪ੍ਰੇਮੀ ਸਾਡੇ ਜਿਹੜੇ ਨੇ ਸ਼ੁਭ ਚਿੰਤਕ ਨੇ ਸਾਡੇ ਦਰਸ਼ਕ ਨੇ ਉਹ ਸਾਡਾ ਮੋਬਾਈਲ ਨੰਬਰ ਸਾਡੇ ਕੋਲ ਮੰਗਦੇ ਨੇ। ਅਸੀਂ ਇਕੱਲੇ ਕੋ ਮੋਬਾਈਲ ਨੰਬਰ ਸੈਂਡ ਨਹੀਂ ਕਰ ਸਕਦੇ। ਸੋ ਅਸੀਂ ਸਾਰਿਆਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਡਾ ਨੰਬਰ ਨੋਟ ਕਰ ਲਓ ਜੀ 9417213988 9417213988। थैंक यू सो मच। आज